ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ। ਇਹਨਾਂ ਦਾ ਪ੍ਰਭਾਵ ਬਹੁਤ ਅਨੂਠਾ ਹੈ, ਸ਼ਾਨ ਬਹੁਤ ਅਨੂਠੀ ਹੈ। ਸਿੱਧੀ ਸਾਧ ਜ਼ਿੰਦਗੀ ਵਿੱਚ ਜਦੋਂ ਸਿੱਧੇ ਚੱਲਦੇ, ਇਨਸਾਨ ਨੂੰ ਜ਼ਮੀਨ ਤੋਂ ਅਸਮਾਨ ਤੇ ਲੈ ਜਾਂਦੇ, ਤੇ ਜਦੋਂ ਇਹ ਵਕਰ ਸਥਿਤੀ ਦਾ ਚੋਲਾ ਪਹਿਨਦੇ, ਜੇ ਸੋਮੇ ਗ੍ਰਹਿ, ਚੰਗੇ ਗ੍ਰਹਿ, ਫਿਰ ਤਾਂ ਸਮਝੋ ਰਾਜਸੀ ਸਿੰਘਾਸਨ ਦੇ ਦਿੰਦੇ। ਪਾਪ ਗ੍ਰੰਥ, ਕਰੂਰਤਾ ਦੇ ਮਾਲਕ, ਜਦੋਂ ਉਹ ਗ੍ਰਹਿ ਵਕਰੀ ਹੁੰਦੇ ਹਨ, ਨਾ ਜਾਣੇ ਕਿਸ ਤਰ੍ਹਾਂ ਦੀ ਤਰਥੱਲੀ ਪਾ ਦਿੰਦੇ ਜੀਵਨ ਦੇ ਵਿੱਚ। ਜੇਲਾਂ ਭਜਵਾ ਦਿੰਦੇ, ਹੜਤਾਲਾਂ ਕਰਵਾ ਦਿੰਦੇ, ਆਰਥਿਕ ਤੰਗੀ ਕਰਵਾ ਦਿੰਦੇ, ਅਸੈਂਸ਼ੀਅਲਸ ਵਸਤਾਂ ਦੀ ਕਿੱਲਤ ਕਰਵਾ ਦਿੰਦੇ। ਸ਼ਨੀ ਵਕਰ ਹੋ ਚੁੱਕੇ ਹਨ। ਮੈਂ ਉਹਨਾਂ ਦੀ ਮਹਿਮਾ ਗਾ ਰਿਹਾ। ਮੈਂ ਤੁਹਾਨੂੰ ਉਹਨਾਂ ਦੀ ਵਕਰ ਸਥਿਤੀ ਦਾ ਸੁਭਾਅ ਦੱਸਣ ਦਾ ਪ੍ਰਯਾਸ ਕਰ ਰਿਹਾ। ਤੁਸੀਂ ਬਸ ਇਸ ਗੱਲ ਤੋਂ ਅਗਰ ਵਾਕਿਫ ਹੋ ਗਏ, ਸਮਝੋ ਜ਼ਿੰਦਗੀ ਦਾ ਰੁਝਾਵਾਂ ਸੋਹਣਾ ਹੋ ਜਾਵੇਗਾ। ਸ਼ਨੀ ਫਿਰ ਤੁਹਾਨੂੰ ਕੁਝ ਨਹੀਂ ਕਹਿਣਗੇ। ਸ਼ਨੀ ਦੀ ਵਕਰ ਸਥਿਤੀ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ? ਸ਼ਨੀ ਦਾ ਸਤੋਤਰ, ਉਸ ਨੂੰ ਪੜ੍ਹਨਾ, ਸ਼ਨੀ ਦੀ ਮੂਰਤ, ਸ਼ਨੀ ਦੀ ਸੂਰਤ ਵਿਜ਼ੂਲਾਈਜ਼ ਕਰਦੇ ਹੋਏ ਉਹਨਾਂ ਦਾ ਧਿਆਨ ਕਰਨਾ, ਸ਼ਨੀ ਦੇ ਦਇਆ ਭਾਵਨਾ ਵਾਲੇ ਹੱਥਾਂ ਨੂੰ ਵਿਜ਼ੂਲਾਈਜ਼ ਕਰਦੇ ਹੋਏ ਉਹਨਾਂ ਦੀ ਬਖਸ਼ਿਸ਼ ਦੀ ਬਰਸਾਤ ਦਾ ਧਿਆਨ ਕਰਨਾ, ਮਹਿਸੂਸ ਕਰਨਾ। ਓਮ ਸ਼ਮ ਸ਼ਨਿਚਰਾਏ ਨਮः, ਇਸ ਮੰਤਰ ਦਾ ਬਾਰ-ਬਾਰ ਪਾਠ ਕਰਨਾ। ਸ਼ਨੀਦੇਵ ਦੀ ਪ੍ਰਤਿਮਾ ਨੂੰ ਪੀਲੇ ਫੁੱਲਾਂ ਦਾ ਹਾਰ, ਸ਼ਨੀਦੇਵ ਦੇ ਚਰਨਾਂ ਦੇ ਵਿੱਚ ਕਾਲੇ ਤਿਲ, ਸ਼ਨੀਦੇਵ ਨੂੰ ਸਰੋਂ ਦੇ ਤੇਲ ਦੇ ਨਾਲ ਇਸ਼ਨਾਨ ਕਰਵਾਉਣਾ। ਵਕਰ ਸਥਿਤੀ ਦੇ ਵਿੱਚ ਸ਼ਨੀ ਬਹੁਤ ਭਾਰੀ ਤੋਂ ਭਾਰੀ ਸੰਕਟ ਨੂੰ ਵੀ ਟਾਲ ਦਿੰਦੇ, ਜੇ ਤੁਸੀਂ ਉਹਨਾਂ ਦੀ ਮਹਿਮਾ ਵਿੱਚ ਚਲੇ ਜਾਓ। ਜੇ ਤੁਸੀਂ ਉਹਨਾਂ ਦੀ ਮਹਿਮਾ ਵਿੱਚ ਨਹੀਂ ਗਏ, ਸ਼ਨੀਦੇਵ ਇਨਸਾਨ ਦੇ ਜੀਵਨ ਦੀਆਂ ਧੱਜੀਆਂ ਉਡਾ ਦਿੰਦੇ ਹਨ। ਕਰਮਾਂ ਅਨੁਸਾਰ ਫਾਂਸੀ ਤੱਕ ਦੀ ਸਜ਼ਾ ਸੁਣਾ ਦਿੰਦੇ ਹਨ ਸ਼ਨੀਦੇਵ। ਉਹਨਾਂ ਨੇ ਪ੍ਰਵਾਹ ਥੋੜ੍ਹਾ ਕਰਨੀ ਹੈ, ਉਹਨਾਂ ਦੇ ਹੱਥ ਵਿੱਚ ਇਹ ਸਾਰੀ ਤਾਕਤ ਹੈ ਭਗਵਾਨ ਸ਼ਿਵ ਦੀ ਦਿੱਤੀ ਹੋਈ। ਉਹ ਫੈਸਲਿਆਂ ਦੇ ਮਾਲਕ ਹਨ, ਮਹਾ ਨਿਆਇਧੀਸ਼ ਹਨ। ਤੁਸੀਂ ਉਹਨਾਂ ਦੀ ਮਹਿਮਾ ਗਾਓ। ਇਸ ਪੀਰੀਅਡ ਦੌਰਾਨ ਅਕਤੂਬਰ ਤੱਕ ਦਾ ਇਹ ਸਮਾਂ ਉਹਨਾਂ ਦੇ ਸੁਭਾਅ ਦੇ ਵਿੱਚ ਬਹੁਤ ਚਿੜਚਿੜਾਪਨ ਰਹਿਣਾ ਹੈ। ਜੇ ਉਹ ਕੁਝ ਕਹਿਣ ਵੀ, ਉਸ ਨੂੰ ਸਵੀਕਾਰ ਕਰ ਲਿਓ। ਜੇ ਸਵੀਕਾਰ ਕਰ ਲਿਆ, ਜੇ ਕਿੰਤੂ ਪ੍ਰੰਤੂ ਵਿੱਚ ਨਹੀਂ ਪਏ, ਤੁਸੀਂ ਸੋਚਦੇ ਹੋਵੋਗੇ ਕਿਤੇ ਸ਼ਨੀਦੇਵ ਦਾ ਆਮਣਾ ਸਾਹਮਣਾ ਥੋੜ੍ਹਾ ਹੋਣਾ ਹੈ। ਆਮਣਾ ਸਾਹਮਣਾ ਹੋਣਾ ਹੈ, ਕਿਸੇ ਦੇ ਜ਼ਰੀਏ ਹੋਣਾ ਹੈ। ਕਿਸੇ ਨੇ ਤੁਹਾਡੇ ਤੋਂ ਪੈਸੇ ਲੈਣੇ ਹਨ, ਕਿਸੇ ਨੂੰ ਤੁਸੀਂ ਦੇਣੇ ਹਨ, ਕਿਸੇ ਦੇ ਵਪਾਰ ਦੇ ਨਾਲ ਐਗਰੀਮੈਂਟ ਦਾ ਯੋਗ ਹੈ। ਤੁਸੀਂ ਤੂੰ ਮੈਂ ਵਿੱਚ ਨਾ ਪਿਓ। ਤੁਸੀਂ ਸਮਝਿਓ ਕਿ ਸ਼ਨੀਦੇਵ ਤੁਹਾਡੇ ਅੱਗੇ ਆ ਕੇ ਬੋਲ ਰਹੇ ਹਨ। ਜੇ ਤੁਸੀਂ ਸੰਯਮ ਤੇ ਸਹਿਜ ਦੇ ਘੁੱਟ ਪੀ ਲਏ, ਸ਼ਨੀ ਤੁਹਾਡੇ ਵੱਲ ਹੋ ਜਾਣਗੇ। ਤੁਸੀਂ ਪਿੱਪਲ ਦੇ ਪੇੜ ਦੇ ਥੱਲੇ ਇੱਕ ਦੀਵਾ ਜਗਾਉਂਦੇ ਰਹੋ। ਮੈਂ ਸਮੂਹਿਕ ਸੁਨੇਹਾ ਦੇ ਰਿਹਾ। ਅਜੇ ਮੈਂ ਅਲੱਗ-ਅਲੱਗ ਸੁਨੇਹਾ ਹਰ ਲਗਨ ਦੇ ਸੱਜਣ ਨੂੰ ਦੇਣਾ ਹੈ, ਕਿਉਂਕਿ ਇਹ ਲੰਬੀ ਦਸ਼ਾ ਹੈ, ਲੰਬੇ ਦਿਨ ਹਨ, ਲੰਬੇ ਉਪਚਾਰ ਹਨ।
ਇਸ ਤੋਂ ਹਟ ਕੇ ਕੀ ਕਰ ਸਕਦੇ ਹੋ? ਤੁਸੀਂ ਇਸ ਪੀਰੀਅਡ ਦੌਰਾਨ ਜੇ ਕੋਈ ਬਹੁਤ ਵੱਡੀ ਪੀੜ ਆ ਜਾਵੇ, ਪਿੱਪਲ ਦੇ ਪੇੜ ਦਾ ਪੱਤਾ ਲੈ ਕੇ ਉਹਦੇ ਉੱਤੇ ਸਰਸੋਂ ਦਾ ਤੇਲ ਪਹਿਲੇ ਚੋਪੜ ਦੇਣਾ ਹੈ, ਫਿਰ ਉਹਦੇ ਉੱਤੇ ਦੀਵਾ ਮਿੱਟੀ ਦਾ, ਉਸ ਵਿੱਚ ਸਰਸੋਂ ਦਾ ਤੇਲ ਉਹ ਜਗਾ ਦੇਣਾ ਤੁਸੀਂ। ਉਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਪਿੱਪਲ ਦੇ ਪੇੜ ਦੇ ਥੱਲੇ ਜਗਾਵੋ, ਬਸ ਜਗਾ ਕੇ ਆਇਓ, ਆਉਂਦੇ ਨੂੰ ਸੁਨੇਹਾ ਮਿਲੇਗਾ ਦਰਦਾਂ ਖਤਮ ਹੋ ਗਈਆਂ, ਪੀੜਾਂ ਖਤਮ ਹੋ ਗਈਆਂ, ਲੜਾਈਆਂ ਖਤਮ ਹੋ ਗਈਆਂ, ਝਗੜੇ ਖਤਮ ਹੋ ਗਏ, ਨਿਆਂ ਦਾ ਫੈਸਲਾ, ਨਿਆਂਪਾਲਿਕਾ ਦਾ ਫੈਸਲਾ ਤੁਹਾਡੇ ਵੱਲ ਦਾ ਹੋ ਗਿਆ, ਜਿਹੜੇ ਲੜਨ ਆਏ ਸੀ ਵਾਪਸ ਚਲੇ ਗਏ। ਇਹ ਗੱਲ ਮੈਂ ਤੁਹਾਨੂੰ ਬਹੁਤ ਦਿਲੋਂ ਤਤਵਿਧੀ ਸਥਿਰਤਾ ਦੇ ਨਾਲ, ਪਿਆਰ ਦੀ ਰੀਝ ਦੇ ਨਾਲ ਦੱਸਣ ਦਾ ਪ੍ਰਯਾਸ ਕਰ ਰਹੇ ਹਾਂ, ਬਸ ਸਵੀਕਾਰ ਕਰ ਲਿਓ। ਗ੍ਰਹਿਾਂ ਦੀ ਚਾਲ ਬਹੁਤ ਨਿਰਾਲੀ ਹੁੰਦੀ ਹੈ, ਇਹਨਾਂ ਦੇ ਨਿਸ਼ਾਨੇ ਬਹੁਤ ਨਿਰਾਲੇ ਹੁੰਦੇ ਹਨ। ਇਹ ਤੱਕ ਕੇ ਰੱਖਦੇ ਹਨ, ਖਾਸ ਤੌਰ ਤੇ ਸ਼ਨੀਦੇਵ, ਕਿ ਜਦੋਂ ਮੇਰੇ ਕੋਲੇ ਬਹੁਤ ਵੱਡੀ ਤਾਕਤ ਆਈ ਉਸ ਵੇਲੇ ਮੈਂ ਨਿਸ਼ਾਨਾ ਕਿੱਥੇ ਲਾਉਣਾ ਹੈ। ਜਿਹੜੇ ਸੱਜਣ ਬਹੁਤ ਅਹੰਕਾਰ ਦੇ ਘੁੱਟ ਪੀਂਦੇ ਰਹਿੰਦੇ, ਬਹੁਤ ਅਹੰਕਾਰੀ ਹੋ ਜਾਂਦੇ, ਜਿਵੇਂ ਰਾਵਣ ਹੋ ਗਿਆ ਸੀ। ਜਦੋਂ ਅਹੰਕਾਰ ਦੇ ਘੁੱਟ ਪੀਂਦੇ ਰਹਿੰਦੇ, ਸ਼ਨੀਦੇਵ ਤੱਕਦੇ ਰਹਿੰਦੇ। ਜਦੋਂ ਉਹਨਾਂ ਦੇ ਕੋਲ ਕਮਾਨ ਆਉਂਦੀ ਹੈ, ਬਸ ਫਿਰ ਉਹ ਤੀਰ ਉੱਥੇ ਲਾਉਂਦੇ ਹਨ ਜਿੱਥੇ ਇਨਸਾਨ ਨੇ ਸੋਚਿਆ ਵੀ ਨਾ ਹੋਵੇ। ਕਿਸੇ ਦੇ ਧਨ ਤੇ ਲੱਗਦਾ ਹੈ, ਕਿਸੇ ਦੀ ਔਲਾਦ ਤੇ ਲੱਗਦਾ ਹੈ, ਕਿਸੇ ਦੀ ਸ਼ੋਹਰਤ ਤੇ ਲੱਗਦਾ ਹੈ, ਕਿਸੇ ਦੀ ਕਿਸਮਤ ਤੇ ਲੱਗਦਾ ਹੈ, ਤੇ ਕਿਸੇ ਦੇ ਰੋਗ ਤੇ ਲੱਗਦਾ ਹੈ, ਕਿਸੇ ਦੀ ਨਾਭੀ ਤੇ ਲੱਗਦਾ ਹੈ, ਕਿਸੇ ਦੀ ਔਲਾਦ ਹੋਣ ਵਾਲੀ ਹੋਵੇ ਉਸ ਤੇ ਲੱਗ ਜਾਂਦਾ ਹੈ, ਹੋਣ ਤੋਂ ਪਹਿਲਾਂ ਹੀ ਮੁੱਕ ਜਾਂਦੀ ਹੈ। ਉਹ ਐਵੇਂ ਥੋੜ੍ਹਾ ਆਖਦੇ ਹਨ। ਮੈਂ ਤੁਹਾਨੂੰ ਹਰ ਤਰ੍ਹਾਂ ਦੀ ਪ੍ਰਦਰਸ਼ਨੀ ਕਰਨ ਦਾ ਪ੍ਰਯਾਸ ਕਰ ਰਿਹਾ। ਮੇਰੀ ਇਹ ਛੋਟੀਆਂ ਗੱਲਾਂ ਨੂੰ ਸਵੀਕਾਰ ਕਰਿਓ, ਪ੍ਰਾਰਥਨਾ ਯੁਕਤ ਹੋ ਕੇ ਰਹੋ, ਸ਼ਨੀ ਦੀ ਮਹਿਮਾ ਗਾਇਓ। ਬਹੁਤ ਜ਼ਿਆਦਾ ਪੀੜ ਵਿੱਚ ਜੇ ਤੁਸੀਂ ਸ਼ਨੀ ਦੀ ਵਕਰ ਸਥਿਤੀ ਵਿੱਚ ਚਲੇ ਗਏ, ਸਮਝੋ ਤੁਹਾਡਾ ਸਿੰਘਾਸਨ ਖੋਣ ਦੇ ਬਹੁਤ ਤਰੀਕੇ ਅਪਣਾ ਲਏ ਗਏ ਹਨ, ਸਿੰਘਾਸਨ ਨਹੀਂ ਜਾਵੇਗਾ। ਕੀ ਕਰੋ? ਵੀਰਾਨ ਵਿੱਚ ਜਾ ਕੇ ਸ਼ਨੀਦੇਵ ਦਾ ਨਾਮ ਲਿਖ ਦਿਓ 7-8 ਵਾਰ ਧਰਤੀ ਤੇ ਹੀ। ਉਸ ਦੇ ਉੱਤੇ ਪੀਲੇ ਫੁੱਲਾਂ ਦੀਆਂ ਪੱਤੀਆਂ ਛੱਡ ਦਿਓ, ਖੜੇ ਪ੍ਰਾਰਥਨਾ ਕਰ ਦਿਓ, ਜੋ ਚਾਹੁੰਦੇ ਹੋ ਕਰੋ। ਫਿਰ ਜਿਹੜੀ ਪ੍ਰਾਰਥਨਾ ਕਰਨੀ ਹੈ ਉਹ 21 ਦਿਨ ਲਗਾਤਾਰ ਉੱਥੇ ਹੀ ਕਰਨੀ ਪਊ, ਕਿਉਂਕਿ ਫਿਰ ਤੁਹਾਡਾ ਸਿੰਘਾਸਨ ਖਿਸਕੇਗਾ ਨਹੀਂ, ਤੁਹਾਡੇ ਹੱਥੋਂ ਪੈਸਾ ਜਾਵੇਗਾ ਨਹੀਂ, ਵਪਾਰ ਤੁਹਾਡੇ ਹੱਥ ਵਿੱਚ ਰਹੇਗਾ, ਸ਼ੋਹਰਤ ਤੁਹਾਨੂੰ ਮਿਲਦੀ ਰਹੇਗੀ, ਦੁਸ਼ਮਣ ਤੁਹਾਡੇ ਤੇ ਵਾਰ ਨਹੀਂ ਕਰ ਸਕਣਗੇ, ਮਿੱਤਰ ਦੁਸ਼ਮਣਾਂ ਦਾ ਚੋਲਾ ਨਹੀਂ ਪਹਿਨਣਗੇ, ਤੁਹਾਨੂੰ ਹਰਾਸ ਨਹੀਂ ਕੀਤਾ ਜਾਵੇਗਾ, ਤੁਸੀਂ ਪੀੜਾਂ ਤੋਂ ਮੁਕਤ ਰਹੋਗੇ, ਤੁਹਾਡੀ ਪ੍ਰਮੋਸ਼ਨ ਹੁੰਦੇ ਰੁਕੇਗੀ ਨਹੀਂ, ਤੁਹਾਡਾ ਸਥਾਨ ਪਰਿਵਰਤਨ ਨਹੀਂ ਹੋਵੇਗਾ, ਤੁਹਾਡੇ ਕੁਲੀਗਸ ਤੁਹਾਡੇ ਵੱਲ ਦੀ ਗੱਲ ਕਰਨੀ ਸ਼ੁਰੂ ਕਰ ਦੇਣਗੇ। ਮੈਂ ਵਕਰ ਸ਼ਨੀ ਦੀ ਹਾਲਤ, ਉਸ ਦੇ ਵਿੱਚ ਆਉਣ ਵਾਲੇ ਪ੍ਰਸਤਾਵ ਹਰ ਇਨਸਾਨ ਦੀ ਜ਼ਿੰਦਗੀ ਵਿੱਚ, ਔਰ ਉਸ ਤੋਂ ਹਟ ਕੇ ਇੱਕ ਚੰਗਾ ਯੋਗ ਕਿਵੇਂ ਤੁਹਾਨੂੰ ਪ੍ਰਦਾਨ ਹੋਵੇਗਾ ਉਹ ਦੱਸਣ ਦਾ ਪ੍ਰਯਾਸ ਕਰ ਰਿਹਾ ਹਾਂ। ਮੇਰਾ ਇਹ ਪ੍ਰਯਾਸ ਪੂਰਾ ਹੋ ਜਾਵੇ। ਸ਼ਨੀ ਵਕਰ ਦੀ ਸਥਿਤੀ ਵਿੱਚ ਆਪਾਂ ਪ੍ਰਾਰਥਨਾ ਕਿਵੇਂ ਕਰਨੀ ਹੈ, ਉਪਰਾਲੇ ਕਿਵੇਂ ਕਰਨੇ ਹਨ, ਨਤਮਸਤਕ ਕਿਵੇਂ ਹੋਣਾ ਹੈ, ਉਸ ਵੱਲੋਂ ਦਿੱਤੀਆਂ ਜਾਣ ਵਾਲੀਆਂ ਪੀੜਾਂ ਤੋਂ ਮੁਕਤੀ ਦਾ ਰਾਹ ਕਿਵੇਂ ਅਪਣਾਉਣਾ ਹੈ, ਉਹ ਦੱਸਣ ਦਾ ਪ੍ਰਯਾਸ ਕਰ ਰਿਹਾ ਹਾਂ। ਸਵੀਕਾਰ ਕਰੋ, ਉਸ ਦੀ ਬੰਦਗੀ ਵਿੱਚ ਡੁੱਬ ਜਾਓ। ਉਸਨੇ ਤੁਹਾਨੂੰ ਜ਼ਮੀਨ ਤੋਂ ਅਸਮਾਨ ਤੇ ਲੈ ਕੇ ਜਾਣਾ ਹੈ। ਜੇ ਤੁਸੀਂ ਨਾ ਕੀਤਾ, ਫਿਰ ਅਸਮਾਨ ਤੋਂ ਜ਼ਮੀਨ ਤੇ ਵਿਚਾਲੇ ਕੋਈ ਰਾਹ ਨਹੀਂ ਹੈ। ਸ਼ਨੀਦੇਵ ਦਾ ਕਹਾਣ ਹੈ।
ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਕੁਦਰਤੀ ਸ਼ਨੀ ਦੇਵ ਦੇ ਥੱਲੇ ਜਾਣ ਵਾਲਾ ਹੈ। ਕਿਰਪਾ ਦੀ ਬਰਸਾਤ, ਸ਼ੋਹਰਤ ਦੇ ਮਾਲਿਕ, ਹਰ ਪਕਸ਼ ਤੋਂ ਚੰਗਾ ਨਤੀਜਾ ਦੇਣ ਵਾਲੇ, ਜ਼ਮੀਨ ਤੋਂ ਅਸਮਾਨ ਤੱਕ ਲੈ ਜਾਣ ਵਾਲੇ ਮਹਾ ਨਿਆਇਧੀਸ਼ ਸ਼ਨੀ ਦੇਵ ਦੀ ਕਿਰਪਾ ਦੇ ਥੱਲੇ ਰਹੋਗੇ ਤੁਸੀਂ ਇਹ ਵਰੇ। ਬਸ ਉਹਨਾਂ ਦੀ ਮਹਿਮਾ ਗਾਓ। ਬਹੁਤ ਸਾਰੇ ਸੱਜਣ ਆਖਦੇ ਹਨ ਕਿ ਸ਼ਾਮ ਵੇਲੇ ਗਾਓ। ਨਹੀਂ, ਜਿਨ੍ਹਾਂ ਦਾ ਵਰਸ਼ੇਸ਼ ਸ਼ਨੀ ਹਨ ਉਹਨਾਂ ਨੂੰ ਸਵੇਰੇ, ਦੁਪਹਿਰੇ, ਸ਼ਾਮ ਨੂੰ ਜ਼ਰੂਰ ਉਹਨਾਂ ਦੀ ਮਹਿਮਾ ਗਾਣੀ ਚਾਹੀਦੀ ਹੈ। ਤੁਸੀਂ ਗਾਵੋਗੇ, ਸਾਰਾ ਵਰਾ ਪ੍ਰਗਤੀ ਦੀਆਂ ਰਾਹਾਂ ਨੂੰ ਚੁੰਮਦੇ ਰਹੋਗੇ, ਪਰਮ ਸੁਖੀ ਹੋ ਜਾਵੋਗੇ। ਗਾਫਿਲ ਦੇ ਵਾਸਤੇ ਸਾਈਂ ਦਾ ਘਰ ਦੂਰ ਹੈ। ਜਿਹੜਾ ਸੱਜਣ ਉਸ ਦੀ ਹਾਜ਼ਰੀ ਵਿੱਚ ਸਦਾ ਮੌਜੂਦ ਹੈ, ਸਾਈਂ ਹਾਜ਼ਰੇ ਹਜ਼ੂਰ ਹੈ। ਤੁਸੀਂ ਹਾਕ ਮਾਰ ਕੇ ਦੇਖੋ, ਸਾਹਮਣੇ ਨਜ਼ਰ ਆਉਣਗੇ। ਬਸ ਆਪਣੀ ਹਾਕ ਵਿੱਚ ਕਮੀ ਹੈ, ਆਪਣੇ ਬੋਲ ਵਿੱਚ ਕਮੀ ਹੈ, ਆਪਣੀ ਪ੍ਰਾਰਥਨਾ ਵਿੱਚ ਕਮੀ ਹੈ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣਾਂ ਨੂੰ ਅੱਜ ਦੂਰ ਦੁਰਾਡੇ ਤੋਂ ਸੋਹਣੇ ਸੁਨੇਹੇ ਮਿਲਣਗੇ। ਬ੍ਰਿਖ ਰਾਸ਼ੀ ਦੇ ਸੱਜਣੋਂ ਖਰਚਾ ਜ਼ਿਆਦਾ ਤੇ ਆਮਦਨੀ ਘੱਟ ਦੇ ਯੋਗ ਹਨ। ਮਿਥੁਨ ਰਾਸ਼ੀ ਦੇ ਸੱਜਣ ਛੋਟੀ ਜਿਹੀ ਯਾਤਰਾ ਕਰਨਗੇ। ਕਰਕ ਰਾਸ਼ੀ ਦੇ ਸੱਜਣਾਂ ਨੂੰ ਪਿਆਰ ਦੀਆਂ ਰਾਹਾਂ ਵਿੱਚ ਕੰਢੇ ਮਿਲ ਸਕਦੇ। ਸਿੰਘ ਰਾਸ਼ੀ ਦੇ ਸੱਜਣੋਂ ਜੂਆ, ਸੱਟਾ, ਲਾਟਰੀ ਵਿੱਚ ਨਾ ਜਾਇਓ। ਕੰਨਿਆ ਰਾਸ਼ੀ ਦੇ ਸੱਜਣਾਂ ਨੂੰ ਰੋਗ ਮੁਕਤੀ ਦਾ ਸੁਨੇਹਾ ਮਿਲੇਗਾ। ਤੁਲਾ ਰਾਸ਼ੀ ਦੇ ਸੱਜਣ ਅੱਜ ਵਿਸ਼ੇਸ਼ ਕਿਰਪਾ ਦੇ ਕਾਰਕ ਬਣਨ ਵਾਲੇ ਆਪਣੇ ਦੋਸਤਾਂ ਵੱਲੋਂ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣਾਂ ਨੂੰ ਉੱਚਤਾ ਦਾ ਸੁਨੇਹਾ। ਧਨੁ ਰਾਸ਼ੀ ਦੇ ਸੱਜਣ ਕਿਸਮਤ ਦੇ ਸਹਾਰੇ ਇੱਕ ਅਲੱਗ ਉਡਾਰੀ ਤੇ ਕਿਸਮਤ ਬਹੁਤ ਤੇਜ਼ ਰਫ਼ਤਾਰ ਨਾਲ ਚੱਲਣ ਵਾਲੀ ਅੱਜ। ਜੋ ਕਰੋਗੇ ਸਭ ਸੱਚ। ਮਕਰ ਰਾਸ਼ੀ ਦੇ ਸੱਜਣਾਂ ਨੂੰ ਵਪਾਰ ਨੂੰ ਚਾਰ ਚੰਦ ਲੱਗਣ ਵਾਲੇ ਹਨ। ਕੁੰਭ ਰਾਸ਼ੀ ਦੇ ਸੱਜਣੋਂ ਵੱਡੇ ਭੈਣ ਭਰਾਵਾਂ ਤੋਂ ਅੱਜ ਪੂਰਨ ਸਹਿਯੋਗ ਮਿਲਣ ਵਾਲਾ ਹੈ ਤੇ ਮੀਨ ਰਾਸ਼ੀ ਦੇ ਸੱਜਣ ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਣਗੇ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।